ਵੇਖੋ ਟੂ ਬੀ ਵੈਰੀ ਓਨੈਸਟ ਜਿਹੜੀਆਂ ਪ੍ਰਕਿਰਿਆਵਾਂ ਹੁੰਦੀਆਂ ਹੈ ਅਮਰੀਕਾ ਕੈਨੇਡਾ ਦੇ ਵਿੱਚ ਤੁਸੀਂ ਵੀ ਸੁਣਿਆ ਹੋਣਾ ਕੁਝ ਲੋਕਾਂ ਨੇ ਵਿਸਤਾਰਪੂਰਵਕ ਦੱਸਿਆ ਕਿ ਅਗਰ ਕੋਈ ਪਹਿਲੀ ਗੱਲ ਤਾਂ ਵਿਅਕਤੀ ਕਿਉਂਕਿ ਜਿਹੜਾ ਇੱਥੇ ਕ੍ਰਾਈਮ ਕਰ ਰਿਹਾ ਹੈ ਤੇ ਉੱਥੇ ਉਹਨੂੰ ਫੜਨਾ ਜਾਂ ਨਹੀਂ ਫੜਨਾ ਮੈਨੂੰ ਲੱਗਦਾ ਇਹਦੇ ਤੇ ਕੁਐਸਚਨ ਮਾਰਕ ਹੈ। हिंदुस्तान की सरकार कुछ पूरे बारे लिख के दिता हो हिंदुस्तान की सरकार ना कि पंजाब सरकार गवर्नमेंट ऑफ पंजाब नूं मैनू लगता नहीं कि यूनाइटेड स्टेट या कोई भी जिहड़ा सरकार है देश है वो जवाब दे। मुख्यमंत्री साहब ने पूछ सकते कि तुसी ये गल क्यों कही ਇਹਦਾ जवाब राजा वड़िंग नहीं दे सकता कि मुख्यमंत्री ने ये गल क्यों कही कि कुछ किहड़े कारण सन। लोग उत्थे सवाल करते हैं कि लॉ एंड ऑर्डर की स्थिति खराब है गैंगस्टर जिहड़े दिन दिहाड़े घूम रहे हैं मार रहे हैं तो हो सकता है पॉलिटिकल स्टंट आजकल जुमला भी बहुत चल रहा है। मुख्यमंत्री साहब ये गल कहन तो बंदे दी लत्तां कंबणियां चाहिए। सो एक बंदा गैंगस्टर उल्टा ये कहे कि मुख्यमंत्री को पता ही कुछ नहीं एवं धूप च टट्टू दबी जाते हैं। तो तमाम कमेटीज की आज मीटिंग होगी जिसमें इनके हेड्स तमाम सीनियर लीडर्स जो हैं हमारे उनके तमाम सबॉर्डिनेट्स जो हैं वो नीचे यूथ कांग्रेस के और तमाम हमारे लीडर्स वो लगे हैं उनकी तमाम लोगों की। सर गोल्डी बराड को लेकर सरकार पर सवाल उठ रहे हैं मान सरकार के ऊपर और लगातार खबरें आ रही हैं कि हिरासत में नहीं लिया गया है गोल्डी बराड को। ਤੇ ਮੁੱਖ ਮੰਤਰੀ ਦਾਅਵਾ ਕਰਦੇ ਨੇ ਜੀ ਕਿ ਜਲਦੀ ਲੈ ਆਵਾਂਗੇ ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਉਹਦੇ ਸੋ ਵੇਖੋ ਟੂ ਬੀ ਵੈਰੀ ਓਨੈਸਟ ਜਿਹੜੀਆਂ ਪ੍ਰਕਿਰਿਆਵਾਂ ਹੁੰਦੀਆਂ ਹੈ ਅਮਰੀਕਾ ਕੈਨੇਡਾ ਦੇ ਵਿੱਚ ਤੁਸੀਂ ਵੀ ਸੁਣਿਆ ਹੋਣਾ ਕੁਝ ਲੋਕਾਂ ਨੇ ਵਿਸਤਾਰਪੂਰਵਕ ਦੱਸਿਆ ਕਿ ਅਗਰ ਕੋਈ ਪਹਿਲੀ ਗੱਲ ਤਾਂ ਵਿਅਕਤੀ ਕਿਉਂਕਿ ਜਿਹੜਾ ਇੱਥੇ ਕ੍ਰਾਈਮ ਕਰ ਰਿਹਾ ਹੈ ਤੇ ਉੱਥੇ ਉਹਨੂੰ ਫੜਨਾ ਜਾਂ ਨਹੀਂ ਫੜਨਾ ਮੈਨੂੰ ਲੱਗਦਾ ਇਹਦੇ ਤੇ ਕੁਐਸਚਨ ਮਾਰਕ ਹੈ। ਜਾਂ ਤਾਂ ਹਿੰਦੁਸਤਾਨ ਦੀ ਸਰਕਾਰ ਕੁਝ ਉਹਦੇ ਬਾਰੇ ਲਿਖ ਕੇ ਦਿੱਤਾ ਹੋਵੇ ਹਿੰਦੁਸਤਾਨ ਦੀ ਸਰਕਾਰ ਨਾ ਕਿ ਪੰਜਾਬ ਸਰਕਾਰ ਗਵਰਨਮੈਂਟ ਆਫ ਪੰਜਾਬ ਨੂੰ ਮੈਨੂੰ ਲੱਗਦਾ ਨਹੀਂ ਕਿ ਯੂਨਾਈਟਿਡ ਸਟੇਟ ਜਾਂ ਕੋਈ ਵੀ ਜਿਹੜਾ ਸਰਕਾਰ ਹੈ ਦੇਸ਼ ਹੈ ਉਹ ਜਵਾਬ ਦੇਗਾ। ਹਾਂ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕੁਝ ਕਾਰਨਾਂ ਦੇ ਕਰਕੇ ਜਿਹੜੀਆਂ ਸਮਝੌਤਿਆਂ ਦੇ ਤਹਿਤ ਇਹੋ ਜਿਹੇ ਲੋਕਾਂ ਦੀ ਜੋ ਇਨਫੋਰਮੇਸ਼ਨ ਹੋ ਸਕਦਾ ਹੈ ਹੋਮ ਮਿਨਿਸਟਰੀ ਦੁਆਰਾ ਐਕਸਟਰਨਲ ਅਫੇਅਰ ਮਿਨਿਸਟਰੀ ਦੁਆਰਾ ਗੱਲ ਕੀਤੀ ਹੋਵੇ ਤਾਂ ਸ਼ਾਇਦ ਕੋਈ ਕਾਰਵਾਈ ਉਸ ਵਿਅਕਤੀ ਤੇ ਹੋਈ ਹੋਵੇ। ਸੋ ਮੈਨੂੰ ਤਾਂ ਪਹਿਲੇ ਦਿਨ ਹੀ ਇਹ ਲੱਗਦਾ ਸੀ ਕਿ ਇਸ ਤਰ੍ਹਾਂ ਦੀ ਖਬਰ ਇਮੀਡੀਏਟਲੀ ਇੱਥੋਂ ਆਉਣੀ ਆਈਦਰ ਇਹਦੀ ਪੁਸ਼ਟੀ ਐਕਸਟਰਨਲ ਅਫੇਅਰ ਮਿਨਿਸਟਰੀ ਕਰਦੀ ਆਈਦਰ ਕੋਈ ਹੋਮ ਮਿਨਿਸਟਰੀ ਕਰਦੀ ਤਦ ਇਹ ਗੱਲ ਕੋਈ ਅਥੈਂਟਿਕ ਮੰਨੀ ਜਾ ਸਕਦੀ। ਫਿਰ ਕਿਉਂ ਮੁੱਖ ਮੰਤਰੀ ਤੋਂ ਲੱਗਦਾ ਇਹ ਤਾਂ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਸਕਦੇ ਹੋ ਕਿ ਤੁਸੀਂ ਇਹ ਗੱਲ ਕਿਉਂ ਕਹੀ ਇਹਦਾ ਜਵਾਬ ਰਾਜਾ ਵੜਿੰਗ ਨਹੀਂ ਦੇ ਸਕਦਾ ਕਿ ਮੁੱਖ ਮੰਤਰੀ ਨੇ ਇਹ ਗੱਲ ਕਿਉਂ ਕਹੀ ਕਿ ਕੁਝ ਕਿਹੜੇ ਕਾਰਨ ਸਨ। ਹੋ ਸਕਦਾ ਹੈ ਗੁਜਰਾਤ ਚੁਣਾਵ ਨੂੰ ਲੈ ਕੇ ਕਹਤੀ ਹੋਵੇ ਕਿ ਬੜਾ ਹੱਲਾ ਗੁੱਲਾ ਸੀ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ ਲੋਕ ਉੱਥੇ ਸਵਾਲ ਕਰਦੇ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਗੈਂਗਸਟਰ ਜਿਹੜੇ ਦਿਨ ਦਿਹਾੜੇ ਘੁੰਮ ਰਹੇ ਨੇ ਮਾਰ ਰਹੇ ਨੇ। ਸੋ ਹੋ ਸਕਦਾ ਹੈ ਪੋਲੀਟੀਕਲ ਸਟੰਟ ਹੋਵੇ ਅੱਜਕੱਲ जुमला भी बहुत चल रहा है। ਪਰ ਪ੍ਰਿੰਸ ਸਾਹਿਬ ਦੇਖਿਆ ਜਾਵੇ ਜਿਹੇ ਜੀ ਸਿਚੁਏਸ਼ਨ ਖੜੀ ਹੋਈ ਹੈ ਇੱਕ ਪਾਸੇ ਤਾਂ ਸਰਕਾਰ ਇਹ ਗੱਲ ਕਹਿ ਰਹੀ ਆ ਦੂਜੇ ਪਾਸੇ ਦੇਖਿਆ ਜਾਵੇ ਤਾਂ ਉਧਰ ਇੱਕ ਗੈਂਗਸਟਰ ਬੈਠਾ ਕਹਿ ਰਿਹਾ ਹੈ ਜੀ ਗੱਲ ਕੋਈ ਹੈ ਹੀ ਨਹੀਂ ਲੋਕ ਕਿਤੇ ਵਿਸ਼ਵਾਸ ਕਰਨਗੇ। ਯਾਰ ਦੇਖੋ ਪਹਿਲਾਂ ਤਾਂ ਤੁਸੀਂ ਹੌਸਲਾ ਦੇਖੋ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿਣ ਤੇ ਬੰਦੇ ਦੀਆਂ ਲੱਤਾਂ ਕੰਬਣੀਆਂ ਚਾਹੀਦੀਆਂ ਵੈਸੇ। ਸੋ ਇੱਕ ਬੰਦਾ ਗੈਂਗਸਟਰ ਉਲਟਾ ਇਹ ਕਹੇ ਕਿ ਮੁੱਖ ਮੰਤਰੀ ਨੂੰ ਪਤਾ ਹੀ ਕੁਝ ਨਹੀਂ ਐਵੇਂ ਧੂੜ ਚ ਟੱਟੂ ਦੱਬੀ ਜਾਂਦੇ ਆ। ਸੋ ਐਡੀ ਵੱਡੀ ਗੱਲ ਕਰਨੀ ਮੈਂ ਸਮਝਦਾ ਕਿ ਇਹੋ ਜੀ ਗੱਲ ਝੂਠੀ ਵੀ ਨਹੀਂ ਕਰਨੀ ਚਾਹੀਦੀ। ਪਰ ਉਸ ਤੋਂ ਬਾਅਦ ਵੱਖ-ਵੱਖ ਮੀਡੀਆ ਸੈਂਟਰਸ ਨੇ ਵੱਖ-ਵੱਖ ਆਪੋਜੀਸ਼ਨ ਦੇ ਲੀਡਰਸ ਨੇ ਆਮ ਲੋਕਾਂ ਨੇ ਸਵਾਲ ਚੁੱਕੇ ਕਿ ਜਦੋਂ ਇਹ ਗੱਲ ਹੈ ਨਹੀਂ ਸੀ ਤਾਂ ਤੁਸੀਂ ਇਹ ਕਹੀ ਕਿਉਂ ਆਏ ਤੇ ਕੋਈ ਪੁਸ਼ਟੀ ਕਰੋ। ਡੀਜੀਪੀ ਸਾਹਿਬ ਨੂੰ ਮੈਂ ਵੀ ਟਵੀਟ ਲਿਖਿਆ ਸੀਐਮ ਸਾਹਿਬ ਨੂੰ ਲਿਖਿਆ ਲੇਕਿਨ ਉਹਦੀ ਕੋਈ ਪੁਸ਼ਟੀ ਤਾਂ ਆਉਂਦੀ ਨਹੀਂ ਜੋ ਜੀ ਕਰਦਾ ਇੱਕ ਤਰਫਾ ਬਿਆਨ ਹੁੰਦਾ। ਸੋ ਮੈਨੂੰ ਲੱਗਦਾ ਕਿ ਬਿਹਤਰ ਹੋਏਗਾ ਕਿ ਤੁਸੀਂ ਰੋਜ਼ਾਨਾ ਮਿਲਦੇ ਜੁਲਦੇ ਹੋ ਗੱਲਬਾਤ ਹੁੰਦੀ ਰਹਿੰਦੀ ਹੈ ਜਿਹੜੀ ਗੱਲ। ਸੋ ਇਹਦੀ ਵੀ ਖਬਰ ਤੁਸੀਂ ਉਹਨਾਂ ਨੂੰ ਪੁਸ਼ਟੀ ਕਰਾਓ ਕਿ ਮਾਨ ਸਾਹਿਬ ਕਾਰਨ ਕੀ ਸੀਗਾ ਕਿ ਤੁਸੀਂ ਇਹ ਬਿਆਨ ਦੇਤਾ ਕਿ ਗੋਲਡੀ ਬਰਾਡ ਫੜਿਆ ਜਾਂ ਹੁਣ ਦੱਸੋ ਵੀ ਇਹ ਹੁਣ ਝੂਠ ਜਿਹੜੀ ਗੱਲ ਹੈ ਉਹ ਮੀਡੀਆ ਤੇ ਆ ਰਿਹਾ ਹੈ ਵੀ ਇਹ ਹੁਣ ਝੂਠਾ ਬੰਦਾ ਹੈ ਉਹਦਾ ਫੜਿਆ ਹੋਇਆ ਹੀ ਹੈ। ਵੜਿੰਗ ਸਾਹਿਬ ਤੁਹਾਡੇ ਸਾਬਕਾ ਸਾਥੀ ਕਮਲਜੀਤ ਬਰਾੜ ਤੁਹਾਡੇ ਤੇ ਬੜੇ ਗੰਭੀਰ ਇਲਜ਼ਾਮ ਲਾ ਰਹੇ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡਾ ਇਲਜ਼ਾਮ ਲਾਤਾ ਕਹਿੰਦੇ 10 ਕਰੋੜ ਰੁਪਇਆ ਤੁਸੀਂ ਸਿੱਧੂ ਮੂਸੇਵਾਲਾ ਤੋਂ ਲੈ ਲਿਆ
4 ਕਰੋੜ ਟਿਕਟ ਦੇ ਨਾਂ ਤੇ 6 ਕਰੋੜ ਕਹਿੰਦੇ ਧਾਰਾ ਕਹਿ ਕੇ ਲੈ ਲਿਆ ਇਲੈਕਸ਼ਨ ਲੜਨ ਨੂੰ। ਕੋਈ ਉਹ ਕਹਿੰਦੇ ਕਿ ਉਹਨਾਂ ਦਾ ਸੰਸਕਾਰ ਵੀ ਤੁਸੀਂ ਸਰਕਾਰ ਨਾਲ ਡੀਲ ਕਰਕੇ ਜਲਦੀ ਕਰਵਾਇਆ। ਕੋਈ ਗੱਲ ਫਿਰ ਕੀ ਗੱਲ ਕਹਿੰਦੇ ਹੀ ਹੁੰਦੇ ਆ ਲੋਕ, ਇਲਜ਼ਾਮਤ ਲੱਗਦੀ ਹੀ ਹੁੰਦੀ ਹੈ, ਕੀ ਗੱਲ ਆਪਦੇ ਹੱਕ ਦੇ ਵਿੱਚ ਕਹਿੰਦੇ ਬਿਆਨ ਦੇਣ ਲਈ ਵੀ ਉਹਦੇ ਪਿਤਾ ਨੂੰ ਤੁਸੀਂ ਮਜਬੂਰ ਕੀਤਾ ਔਰ ਉਸ ਮੈਂ ਬੇਬਸ ਫਿਰ ਬਾਪ ਦੇ ਕਹਾਂਗਾ ਦਬਾਅ ਦੇ ਸਿੱਧੂ ਮੂਸੇਵਾਲੇ ਦੇ ਪਿਤਾ ਹੀ ਇਹਦੇ ਤੇ ਆਪਦਾ ਸਪਸ਼ਟੀਕਰਨ ਦੇ ਸਕਦੇ ਹੈ, ਰਾਜਾ ਵੜਿੰਗ ਕਿਵੇਂ ਦੇ ਸਕਦੇ, ਔਰ ਜੇ ਮੈਂ ਲਏ ਵੀ ਹੋਣਗੇ ਤਾਂ ਮੈਂ ਤੁਹਾਨੂੰ ਕਿਉਂ ਦੱਸੂਗਾ ਵੀ ਲਏ। ਪਿਆਰੀ ਗੱਲ ਹੈ, ਸਿਆਣੇ ਹੁਣ ਐਵੇਂ ਕਿਹੜੀ ਗੱਲ ਮੀਡੀਆ ਦੀ ਕਹੋ। ਮੇਰੇ ਕਹਿਣ ਦਾ ਮਤਲਬ ਇਹਦੀ ਪੁਸ਼ਟੀ ਸਿੱਧੂ ਦੇ ਮਾਤਾ ਪਿਤਾ ਦੱਸ। ਹੁਣ ਮੈਂ ਕਹਿ ਦਿਆਂ ਕਿ ਖਬਰ ਚਲਾਉਣ ਦਾ ਨਿਊਜ਼ 18 5 ਕਰੋੜ ਰੁਪਇਆ ਲੈਂਦਾ ਹੈ, ਇਹ ਕੋਈ ਗੱਲ ਥੋੜੀ ਬਣਦੀ। ਕਮਲਜੀਤ ਬਰਾੜ ਕਹਿੰਦੇ कि मेरे नाल चोन लड़ के दे। वो तमाम कमेटीज की आज मीटिंग होगी जिसमें इनके हेड्स तमाम सीनियर लीडर्स जो हैं हमारे, उनके तमाम सबॉर्डिनेट्स जो हैं वो नीचे यूथ कांग्रेस के और तमाम हमारे लीडर्स वो लगे हैं, उनकी तमाम लोगों की मीटिंग। सर, गोल्डी बराड़ को लेकर सरकार पर सवाल उठ रहे हैं मान सरकार के ऊपर और लगातार खबरें आ रही हैं कि हिरासत में नहीं लिया गया है गोल्डी बराड़ को। ਤੇ ਮੁੱਖ ਮੰਤਰੀ ਦਾਅਵਾ ਕਰਦੇ ਨੇ ਜੀ ਕਿ ਜਲਦੀ ਲੈ ਆਵਾਂਗੇ, ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਉਹਦੇ ਸੋ ਵੇਖੋ ਟੂ ਬੀ ਵੈਰੀ ਓਨੈਸਟ ਜਿਹੜੀਆਂ ਪ੍ਰਕਿਰਿਆਵਾਂ ਹੁੰਦੀਆਂ ਹੈ ਅਮਰੀਕਾ ਕੈਨੇਡਾ ਦੇ ਵਿੱਚ, ਤੁਸੀਂ ਵੀ ਸੁਣਿਆ ਹੋਣਾ ਕੁਝ ਜੋ ਲੋਕਾਂ ਨੇ ਉਹਨੂੰ ਵਿਸਤਾਰਪੂਰਵਕ ਦੱਸਿਆ ਕਿ ਅਗਰ ਕੋਈ ਪਹਿਲੀ ਗੱਲ ਤਾਂ ਵਿਅਕਤੀ ਕਿਉਂਕਿ ਜਿਹੜਾ ਇੱਥੇ ਕ੍ਰਾਈਮ ਕਰ ਰਿਹਾ ਹੈ ਤੇ ਉੱਥੇ ਉਹਨੂੰ ਫੜਨਾ ਜਾਂ ਨਹੀਂ ਫੜਨਾ, ਮੈਨੂੰ ਲੱਗਦਾ ਇਹਦੇ ਤੇ ਕੁਐਸਚਨ ਮਾਰਕ ਹੈਗਾ। ਜਾਂ ਤਾਂ ਹਿੰਦੁਸਤਾਨ ਦੀ ਸਰਕਾਰ ਕੁਝ ਉਹਦੇ ਬਾਰੇ ਲਿਖ ਕੇ ਦਿੱਤਾ ਹੋਵੇ, ਹਿੰਦੁਸਤਾਨ ਦੀ ਸਰਕਾਰ ਨੇ, ਨਾ ਕਿ ਪੰਜਾਬ ਸਰਕਾਰ ਨੇ। ਗਵਰਨਮੈਂਟ ਆਫ ਪੰਜਾਬ ਨੂੰ ਮੈਨੂੰ ਲੱਗਦਾ ਨਹੀਂ ਕਿ ਯੂਨਾਈਟਿਡ ਸਟੇਟ ਜਾਂ ਕੋਈ ਵੀ ਜਿਹੜਾ ਸਰਕਾਰ ਹੈ, ਦੇਸ਼ ਹੈ, ਉਹ ਜਵਾਬਦੇਹ ਹੈਗਾ। ਹਾਂ, ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕੁਝ ਕਾਰਨਾਂ ਦੇ ਕਰਕੇ ਜਿਹੜੀਆਂ ਸਮਝੌਤਿਆਂ ਦੇ ਤਹਿਤ ਇਹੋ ਜਿਹੇ ਲੋਕਾਂ ਦੀ ਜੋ ਇਨਫੋਰਮੇਸ਼ਨ ਹੋ ਸਕਦਾ ਹੈ ਹੋਮ ਮਿਨਿਸਟਰੀ ਦੁਆਰਾ, ਐਕਸਟਰਨਲ ਅਫੇਅਰ ਮਿਨਿਸਟਰੀ ਦੁਆਰਾ ਗੱਲ ਕੀਤੀ ਹੋਵੇ ਤਾਂ ਸ਼ਾਇਦ ਕੋਈ ਕਾਰਵਾਈ ਉਸ ਵਿਅਕਤੀ ਤੇ ਹੋਈ ਹੋਵੇ। ਸੋ ਮੈਨੂੰ ਤਾਂ ਪਹਿਲੇ ਦਿਨ ਹੀ ਇਹ ਲੱਗਦਾ ਸੀ ਕਿ ਇਸ ਤਰ੍ਹਾਂ ਦੀ ਖਬਰ ਇਮੀਡੀਏਟਲੀ ਇੱਥੋਂ ਆਉਣੀ, ਆਈਦਰ ਇਹਦੀ ਪੁਸ਼ਟੀ ਐਕਸਟਰਨਲ ਅਫੇਅਰ ਮਿਨਿਸਟਰੀ ਕਰਦੀ, ਆਈਦਰ ਕੋਈ ਹੋਮ ਮਿਨਿਸਟਰੀ ਕਰਦੀ, ਤਦ ਇਹ ਗੱਲ ਕੋਈ ਅਥੈਂਟਿਕ ਮੰਨੀ ਜਾ ਫਿਰ ਸਕਦੀ। ਕਿਉਂ ਮੁੱਖ ਮੰਤਰੀ ਸਰ, ਨੇ ਤੁਹਾਨੂੰ ਮੁੱਖ ਲੱਗਦਾ ਮੰਤਰੀ ਇਹ ਤਾਂ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਹੀ ਪੁੱਛ ਸਕਦੇ ਹੋ ਕਿ ਤੁਸੀਂ ਇਹ ਗੱਲ ਕਿਉਂ ਕਹੀ। ਇਹਦਾ ਜਵਾਬ ਰਾਜਾ ਵੜਿੰਗ ਤਾਂ ਨਹੀਂ ਦੇ ਸਕਦਾ ਕਿ ਮੁੱਖ ਮੰਤਰੀ ਨੇ ਇਹ ਗੱਲ ਕਿਉਂ ਕਹੀ, ਕਿ ਕੁਝ ਕਿਹੜੇ ਉਹ ਕਾਰਨ ਸਨ। ਹੋ ਸਕਦਾ ਹੈ ਗੁਜਰਾਤ ਚੁਣਾਵ ਨੂੰ ਲੈ ਕੇ ਕਹਿੰਦੀ ਹੋਵੇ ਕਿ ਬੜਾ ਹੱਲਾ ਗੁੱਲਾ ਸੀ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ, ਲੋਕ ਉੱਥੇ ਸਵਾਲ ਕਰਦੇ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ, ਗੈਂਗਸਟਰ ਜਿਹੜੇ ਦਿਨ ਦਿਹਾੜੇ ਘੁੰਮ ਰਹੇ ਨੇ, ਮਾਰ ਰਹੇ ਨੇ। ਸੋ ਹੋ ਸਕਦਾ ਹੈ ਇਹ ਪੋਲੀਟੀਕਲ ਸਟੰਟ ਹੋਵੇ। ਅੱਜ ਕੱਲ ਜੁਮਲਾ ਵੀ ਬਹੁਤ ਚੱਲ ਰਿਹਾ। ਪਰ ਪ੍ਰਿੰਸ ਸਰ, ਸਾਹਿਬ ਦੇਖਿਆ ਜਾਵੇ ਜਿਹੇ ਜਿਹੀ ਭਾਵਨਾएं ਸਿਚੁਏਸ਼ਨ आहत ਖੜੀ हुई ਹੋਈ, है। ਇੱਕ ਪਾਸੇ ਤਾਂ ਸਰਕਾਰ ਇਹ ਗੱਲ ਕਹਿ ਰਹੀ ਆ, ਦੂਜੇ ਪਾਸੇ ਦੇਖਿਆ ਜਾਵੇ ਤਾਂ ਉਧਰ ਇੱਕ ਗੈਂਗਸਟਰ ਬੈਠਾ ਕਹਿ ਰਿਹਾ ਜੀ ਗੱਲ ਕੋਈ ਹੈ ਹੀ ਨਹੀਂ, ਮੈਂ ਲੋਕ ਤਾਂ- ਕਿਤੇ ਵਿਸ਼ਵਾਸ ਕਰਨਗੇ। ਯਾਰ ਦੇਖੋ, ਪਹਿਲਾਂ ਤਾਂ ਤੁਸੀਂ ਹੌਸਲਾ ਦੇਖੋ। ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿਣ ਤੇ ਬੰਦੇ ਦੀਆਂ ਲੱਤਾਂ ਕੰਬਣੀਆਂ ਚਾਹੀਦੀਆਂ ਵੈਸੇ। ਸੋ ਇੱਕ ਬੰਦਾ ਗੈਂਗਸਟਰ ਉਲਟਾ ਇਹ ਕਵੇ ਕਿ ਮੁੱਖ ਮੰਤਰੀ ਨੂੰ ਪਤਾ ਹੀ ਕੁਝ ਨਹੀਂ, ਐਵੇਂ ਧੂੜ ਚ ਟੱਟੂ ਦੱਬੀ ਜਾਂਦੇ ਆ। ਸੋ ਐਡੀ ਵੱਡੀ ਗੱਲ ਕਰਨੀ, ਮੈਂ ਸਮਝਦਾ ਕਿ ਇਹੋ ਜੀ ਗੱਲ ਝੂਠੀ ਵੀ ਨਹੀਂ ਕਰਨੀ ਚਾਹੀਦੀ। ਪਰ ਉਸ ਤੋਂ ਬਾਅਦ ਵੱਖ-ਵੱਖ ਮੀਡੀਆ ਸੈਂਟਰਸ ਨੇ, ਵੱਖ-ਵੱਖ ਆਪੋਜੀਸ਼ਨ ਦੇ ਲੀਡਰਸ ਨੇ, ਆਮ ਲੋਕਾਂ ਨੇ ਇਹ ਸਵਾਲ ਚੁੱਕੇ ਕਿ ਜਦੋਂ ਇਹ ਗੱਲ ਹੈ ਨਹੀਂ ਸੀ ਤਾਂ ਤੁਸੀਂ ਇਹ ਕਹੀ ਕਿਉਂ ਆਏ? ਇਹਦੇ ਤੇ ਕੋਈ ਪੁਸ਼ਟੀ ਕਰੋ। ਡੀਜੀਪੀ ਸਾਹਿਬ ਨੂੰ ਮੈਂ ਵੀ ਟਵੀਟ ਲਿਖਿਆ, ਸੀਐਮ ਸਾਹਿਬ ਨੂੰ ਲਿਖਿਆ, ਲੇਕਿਨ ਉਹਦੀ ਕੋਈ ਪੁਸ਼ਟੀ ਤਾਂ ਆਉਂਦੀ ਨਹੀਂ। ਜੋ ਜੀ ਕਰਦਾ ਇੱਕ ਤਰਫਾ ਬਿਆਨ ਹੁੰਦਾ। ਸੋ ਮੈਨੂੰ ਲੱਗਦਾ ਕਿ ਬਿਹਤਰ ਹੋਏਗਾ ਕਿ ਤੁਸੀਂ ਰੋਜ਼ਾਨਾ ਮਿਲਦੇ ਜੁਲਦੇ ਹੋ, ਗੱਲਬਾਤ ਹੁੰਦੀ ਰਹਿੰਦੀ ਹੈ ਜਿਹੜੀ ਗੱਲ। ਸੋ ਇਹਦੀ ਵੀ ਖਬਰ ਤੁਸੀਂ ਉਹਨਾਂ ਨੂੰ ਪੁਸ਼ਟੀ ਕਰਾਓ ਕਿ ਮਾਨ ਸਾਹਿਬ ਕਾਰਨ ਕੀ ਸੀਗਾ ਕਿ ਤੁਸੀਂ ਇਹ ਬਿਆਨ ਦਿੱਤਾ ਕਿ ਗੋਲਡੀ ਬਰਾੜ ਫੜਿਆ, ਜਾਂ ਹੁਣ ਦੱਸੋ ਵੀ ਇਹ ਹੁਣ ਝੂਠ ਜਿਹੜੀ ਗੱਲ ਹੈ ਉਹ ਮੀਡੀਆ ਤੇ ਆ ਰਿਹਾ ਹੈ ਵੀ ਇਹ ਹੁਣ ਝੂਠਾ ਬੰਦਾ ਹੈ, ਉਹਦਾ ਫੜਿਆ ਹੋਇਆ ਹੀ ਹੈ। ਵੜਿੰਗ ਸਾਹਿਬ, ਤੁਹਾਡੇ ਸਾਬਕਾ ਸਾਥੀ ਕਮਲਜੀਤ ਬਰਾੜ ਤੁਹਾਡੇ ਤੇ ਬੜੇ ਗੰਭੀਰ ਇਲਜ਼ਾਮ ਲਾ ਰਹੇ ਨੇ। ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡਾ ਇਲਜ਼ਾਮ ਲਾਤਾ, ਕਹਿੰਦੇ 10 ਕਰੋੜ ਰੁਪਇਆ ਤੁਸੀਂ ਸਿੱਧੂ ਮੂਸੇਵਾਲਾ ਤੋਂ ਲੈ ਲਿਆ, 4 ਕਰੋੜ ਟਿਕਟ ਦੇ ਨਾਂ ਤੇ 6 ਕਰੋੜ ਕਹਿੰਦੇ ਧਾਰਾ ਕਹਿ ਕੇ ਲੈ ਲਿਆ ਇਲੈਕਸ਼ਨ ਲੜਨ ਨੂੰ। ਕੋਈ ਉਹ ਕਹਿੰਦੇ ਕਿ ਉਹਨਾਂ ਦਾ ਸੰਸਕਾਰ ਵੀ ਤੁਸੀਂ ਸਰਕਾਰ ਨਾਲ ਡੀਲ ਕਰਕੇ ਜਲਦੀ ਕਰਵਾਇਆ। ਕੋਈ ਗੱਲ ਫਿਰ ਕੀ ਗੱਲ ਕਹਿੰਦੇ ਹੀ ਹੁੰਦੇ ਆ ਲੋਕ, ਇਲਜ਼ਾਮਤ ਲੱਗਦੀ ਹੀ ਹੁੰਦੀ ਹੈ, ਕੀ ਗੱਲ। ਆਪਦੇ ਹੱਕ ਦੇ ਵਿੱਚ ਕਹਿੰਦੇ ਬਿਆਨ ਦੇਣ ਲਈ ਵੀ ਉਹਦੇ ਪਿਤਾ ਨੂੰ ਤੁਸੀਂ ਮਜਬੂਰ ਕੀਤਾ ਔਰ ਉਸ ਮੈਂ ਬੇਬਸ ਫਿਰ ਬਾਪ ਦੇ ਕਹਾਂਗਾ ਦਬਾਅ ਦੇ ਸਿੱਧੂ ਮੂਸੇਵਾਲੇ ਦੇ ਪਿਤਾ ਹੀ ਇਹਦੇ ਤੇ ਆਪਦਾ ਸਪਸ਼ਟੀਕਰਨ ਦੇ ਸਕਦੇ ਹੈ, ਰਾਜਾ ਵੜਿੰਗ ਕਿਵੇਂ ਦੇ ਸਕਦੇ, ਔਰ ਜੇ ਮੈਂ ਲਏ ਵੀ ਹੋਣਗੇ ਤਾਂ ਮੈਂ ਤੁਹਾਨੂੰ ਕਿਉਂ ਦੱਸੂਗਾ ਵੀ ਲਏ। ਪਿਆਰੀ ਗੱਲ ਹੈ, ਸਿਆਣੇ ਹੁਣ ਐਵੇਂ
ਕਿਹੜੀ ਗੱਲ ਮੀਡੀਆ ਦੀ ਕਹੋ? ਮੇਰੇ ਕਹਿਣ ਦਾ ਮਤਲਬ ਇਹਦੀ ਪੁਸ਼ਟੀ ਸਿੱਧੂ ਦੇ ਮਾਤਾ ਪਿਤਾ ਦੱਸ। ਹੁਣ ਮੈਂ ਕਹਿ ਦਿਆਂ ਕਿ ਖਬਰ ਚਲਾਉਣ ਦਾ ਨਿਊਜ਼ 18 5 ਕਰੋੜ ਰੁਪਇਆ ਲੈਂਦਾ ਹੈ, ਇਹ ਕੋਈ ਗੱਲ ਥੋੜੀ ਬਣਦੀ। ਕਮਲਜੀਤ ਬਰਾੜ ਕਹਿੰਦੇ ਕਿ ਮੇਰੇ ਨਾਲ ਚੋਣ लड़ के दे। तो तमाम कमेटीज की आज मीटिंग होगी जिसमें इनके हेड्स तमाम सीनियर लीडर्स जो हैं हमारे, उनके तमाम सबॉर्डिनेट्स जो हैं वो नीचे यूथ कांग्रेस के और तमाम हमारे लीडर्स वो लगे हैं, उनकी तमाम लोगों की। सर, गोल्डी बराड़ को लेकर सरकार पर सवाल उठ रहे हैं मान सरकार के ऊपर और लगातार खबरें आ रही हैं कि हिरासत में नहीं लिया गया है गोल्डी बराड़ को। ਤੇ ਮੁੱਖ ਮੰਤਰੀ ਦਾਅਵਾ ਕਰਦੇ ਨੇ ਜੀ ਕਿ ਜਲਦੀ ਲੈ ਆਵਾਂਗੇ, ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਉਹਦੇ ਸੋ ਵੇਖੋ, ਟੂ ਬੀ ਵੈਰੀ ਓਨੈਸਟ, ਜਿਹੜੀਆਂ ਪ੍ਰਕਿਰਿਆਵਾਂ ਹੁੰਦੀਆਂ ਹੈ ਅਮਰੀਕਾ ਕੈਨੇਡਾ ਦੇ ਵਿੱਚ, ਤੁਸੀਂ ਵੀ ਸੁਣਿਆ ਹੋਣਾ ਕੁਝ ਜੋ ਲੋਕਾਂ ਨੇ ਉਹਨੂੰ ਵਿਸਤਾਰਪੂਰਵਕ ਦੱਸਿਆ ਕਿ ਅਗਰ ਕੋਈ ਪਹਿਲੀ ਗੱਲ ਤਾਂ ਵਿਅਕਤੀ, ਕਿਉਂਕਿ ਜਿਹੜਾ ਇੱਥੇ ਕ੍ਰਾਈਮ ਕਰ ਰਿਹਾ ਹੈ ਤੇ ਉੱਥੇ ਉਹਨੂੰ ਫੜਨਾ ਜਾਂ ਨਹੀਂ ਫੜਨਾ, ਮੈਨੂੰ ਲੱਗਦਾ ਇਹਦੇ ਤੇ ਕੁਐਸਚਨ ਮਾਰਕ ਹੈਗਾ। ਜਾਂ ਤਾਂ ਹਿੰਦੁਸਤਾਨ ਦੀ ਸਰਕਾਰ ਕੁਝ ਉਹਦੇ ਬਾਰੇ ਲਿਖ ਕੇ ਦਿੱਤਾ ਹੋਵੇ, ਹਿੰਦੁਸਤਾਨ ਦੀ ਸਰਕਾਰ ਨੇ, ਨਾ ਕਿ ਪੰਜਾਬ ਸਰਕਾਰ ਨੇ, ਗਵਰਨਮੈਂਟ ਆਫ ਪੰਜਾਬ ਨੂੰ। ਮੈਨੂੰ ਲੱਗਦਾ ਨਹੀਂ ਕਿ ਯੂਨਾਈਟਿਡ ਸਟੇਟ ਜਾਂ ਕੋਈ ਵੀ ਜਿਹੜਾ ਸਰਕਾਰ ਹੈ, ਦੇਸ਼ ਹੈ, ਉਹ ਜਵਾਬ ਦੇਗਾ। ਹਾਂ, ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕੁਝ ਕਾਰਨਾਂ ਦੇ ਕਰਕੇ ਜਿਹੜੀਆਂ ਸਮਝੌਤਿਆਂ ਦੇ ਤਹਿਤ ਇਹੋ ਜਿਹੇ ਲੋਕਾਂ ਦੀ ਜੋ ਇਨਫੋਰਮੇਸ਼ਨ ਹੋ ਸਕਦਾ ਹੈ ਹੋਮ ਮਿਨਿਸਟਰੀ ਦੁਆਰਾ, ਐਕਸਟਰਨਲ ਅਫੇਅਰ ਮਿਨਿਸਟਰੀ ਦੁਆਰਾ ਗੱਲ ਕੀਤੀ ਹੋਵੇ ਤਾਂ ਸ਼ਾਇਦ ਕੋਈ ਕਾਰਵਾਈ ਉਸ ਵਿਅਕਤੀ ਤੇ ਹੋਈ ਹੋਵੇ। ਸੋ ਮੈਨੂੰ ਤਾਂ ਪਹਿਲੇ ਦਿਨ ਹੀ ਇਹ ਲੱਗਦਾ ਸੀ ਕਿ ਇਸ ਤਰ੍ਹਾਂ ਦੀ ਖਬਰ ਇਮੀਡੀਏਟਲੀ ਇੱਥੋਂ ਆਉਣੀ, ਆਈਦਰ ਇਹਦੀ ਪੁਸ਼ਟੀ ਐਕਸਟਰਨਲ ਅਫੇਅਰ ਮਿਨਿਸਟਰੀ ਕਰਦੀ, ਆਈਦਰ ਕੋਈ ਹੋਮ ਮਿਨਿਸਟਰੀ ਕਰਦੀ, ਤਦ ਇਹ ਗੱਲ ਕੋਈ ਅਥੈਂਟਿਕ ਮੰਨੀ ਜਾ ਸਕਦੀ। ਫਿਰ ਕਿਉਂ ਮੁੱਖ ਮੰਤਰੀ ਨੂੰ ਸਰ, ਲੱਗਦਾ ਇਹ ਤਾਂ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਹੀ ਪੁੱਛ ਸਕਦੇ ਹੋ ਕਿ ਤੁਸੀਂ ਇਹ ਗੱਲ ਕਿਉਂ ਕਹੀ। ਇਹਦਾ ਜਵਾਬ ਰਾਜਾ ਵੜਿੰਗ ਤਾਂ ਨਹੀਂ ਦੇ ਸਕਦਾ ਕਿ ਮੁੱਖ ਮੰਤਰੀ ਨੇ ਇਹ ਗੱਲ ਕਿਉਂ ਕਹੀ, ਕਿ ਕੁਝ ਕਿਹੜੇ ਉਹ ਕਾਰਨ ਸਨ। ਹੋ ਸਕਦਾ ਗੁਜਰਾਤ ਚੁਣਾਵ ਨੂੰ ਲੈ ਕੇ ਕਹਿੰਦੀ ਹੋਵੇ ਕਿ ਬੜਾ ਹੱਲਾ ਗੁੱਲਾ ਸੀ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ, ਲੋਕ ਉੱਥੇ ਸਵਾਲ ਕਰਦੇ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ, ਗੈਂਗਸਟਰ ਜਿਹੜੇ ਦਿਨ ਦਿਹਾੜੇ ਘੁੰਮ ਰਹੇ ਨੇ, ਮਾਰ ਰਹੇ ਨੇ। ਸੋ ਹੋ ਸਕਦਾ ਇਹ ਪੋਲੀਟੀਕਲ ਸਟੰਟ ਹੋਵੇ। ਅੱਜ ਕੱਲ ਜੁਮਲਾ ਵੀ ਬਹੁਤ ਚੱਲ ਰਿਹਾ। ਪਰ ਵੜਿੰਗ ਸਾਹਿਬ ਦੇਖਿਆ ਜਾਵੇ ਜਿਹੇ ਜਿਹੀ ਸਿਚੁਏਸ਼ਨ ਖੜੀ ਹੋਈ, ਇੱਕ ਪਾਸੇ ਤਾਂ ਸਰਕਾਰ ਇਹ ਗੱਲ ਕਹਿ ਰਹੀ ਆ, ਦੂਜੇ ਪਾਸੇ ਦੇਖਿਆ ਜਾਵੇ ਤਾਂ ਉਧਰ ਇੱਕ ਗੈਂਗਸਟਰ ਬੈਠਾ ਕਹਿ ਰਿਹਾ ਜੀ ਗੱਲ ਕੋਈ ਹੈ ਹੀ ਨਹੀਂ, ਲੋਕ ਕਿਤੇ ਵਿਸ਼ਵਾਸ ਕਰਨਗੇ? ਯਾਰ ਦੇਖੋ, ਪਹਿਲਾਂ ਤਾਂ ਤੁਸੀਂ ਹੌਸਲਾ ਦੇਖੋ। ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿਣ ਤੇ ਬੰਦੇ ਦੀਆਂ ਲੱਤਾਂ ਕੰਬਣੀਆਂ ਚਾਹੀਦੀਆਂ ਵੈਸੇ। ਸੋ ਇੱਕ ਬੰਦਾ ਗੈਂਗਸਟਰ ਉਲਟਾ ਇਹ ਕਵੇ ਕਿ ਮੁੱਖ ਮੰਤਰੀ ਨੂੰ ਪਤਾ ਹੀ ਕੁਝ ਨਹੀਂ, ਐਵੇਂ ਧੂੜ ਚ ਟੱਟੂ ਦੱਬੀ ਜਾਂਦੇ ਆ। ਸੋ ਐਡੀ ਵੱਡੀ ਗੱਲ ਕਰਨੀ, ਮੈਂ ਸਮਝਦਾ ਕਿ ਇਹੋ ਜੀ ਗੱਲ ਝੂਠੀ ਵੀ ਨਹੀਂ ਕਰਨੀ ਚਾਹੀਦੀ। ਪਰ ਉਸ ਤੋਂ ਬਾਅਦ ਵੱਖ-ਵੱਖ ਮੀਡੀਆ ਸੈਂਟਰਸ ਨੇ, ਵੱਖ-ਵੱਖ ਆਪੋਜੀਸ਼ਨ ਦੇ ਲੀਡਰਸ ਨੇ, ਆਮ ਲੋਕਾਂ ਨੇ ਸਵਾਲ ਚੁੱਕੇ ਕਿ ਜਦੋਂ ਇਹ ਗੱਲ ਹੈ ਨਹੀਂ ਸੀ ਤਾਂ ਤੁਸੀਂ ਇਹ ਕਹੀ ਕਿਉਂ? ਇਹਦੇ ਤੇ ਕੋਈ ਪੁਸ਼ਟੀ ਕਰੋ। ਡੀਜੀਪੀ ਸਾਹਿਬ ਨੂੰ ਮੈਂ ਵੀ ਟਵੀਟ ਲਿਖਿਆ, ਸੀਐਮ ਸਾਹਿਬ ਨੂੰ ਲਿਖਿਆ, ਲੇਕਿਨ ਉਹਦੀ ਕੋਈ ਪੁਸ਼ਟੀ ਤਾਂ ਆਉਂਦੀ ਨਹੀਂ। ਜੋ ਜੀ ਕਰਦਾ ਇੱਕ ਤਰਫਾ ਬਿਆਨ ਆਉਂਦਾ। ਸੋ ਮੈਨੂੰ ਲੱਗਦਾ ਕਿ ਬਿਹਤਰ ਹੋਏਗਾ ਕਿ ਤੁਸੀਂ ਰੋਜ਼ਾਨਾ ਮਿਲਦੇ ਜੁਲਦੇ ਹੋ, ਗੱਲਬਾਤ ਹੁੰਦੀ ਰਹਿੰਦੀ ਹੈ ਜਿਹੜੀ ਗੱਲ। ਸੋ ਇਹਦੀ ਵੀ ਖਬਰ ਤੁਸੀਂ ਉਹਨਾਂ ਨੂੰ ਪੁਸ਼ਟੀ ਕਰਾਓ ਕਿ ਮਾਨ ਸਾਹਿਬ ਕਾਰਨ ਕੀ ਸੀਗਾ ਕਿ ਤੁਸੀਂ ਇਹ ਬਿਆਨ ਦਿੱਤਾ ਕਿ ਗੋਲਡੀ ਬਰਾੜ ਫੜਿਆ, ਜਾਂ ਹੁਣ ਦੱਸੋ ਵੀ ਇਹ ਹੁਣ ਝੂਠ ਜਿਹੜੀ ਗੱਲ ਹੈ ਉਹ ਮੀਡੀਆ ਤੇ ਆ ਰਿਹਾ ਹੈ ਵੀ ਇਹ ਹੁਣ ਝੂਠਾ ਬੰਦਾ ਹੈ, ਉਹਦਾ ਫੜਿਆ ਹੋਇਆ ਹੀ ਹੈ। ਵੜਿੰਗ ਸਾਹਿਬ, ਤੁਹਾਡੇ ਸਾਬਕਾ ਸਾਥੀ ਕਮਲਜੀਤ ਬਰਾੜ ਤੁਹਾਡੇ ਤੇ ਬੜੇ ਗੰਭੀਰ ਇਲਜ਼ਾਮ ਲਾ ਰਹੇ ਨੇ। ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡਾ ਇਲਜ਼ਾਮ ਲਾਉਂਦਾ, ਕਹਿੰਦੇ 10 ਕਰੋੜ ਰੁਪਇਆ ਤੁਸੀਂ ਸਿੱਧੂ ਮੂਸੇਵਾਲਾ ਤੋਂ ਲੈ ਲਿਆ, 4 ਕਰੋੜ ਟਿਕਟ ਦੇ ਨਾਂ ਤੇ 6 ਕਰੋੜ ਕਹਿੰਦੇ ਧਾਰਾ ਕਹਿ ਕੇ ਲੈ ਲਿਆ ਇਲੈਕਸ਼ਨ ਲੜਨ ਨੂੰ। ਕੋਈ ਉਹ ਕਹਿੰਦੇ ਕਿ ਉਹਨਾਂ ਦਾ ਸੰਸਕਾਰ ਵੀ ਤੁਸੀਂ ਸਰਕਾਰ ਨਾਲ ਡੀਲ ਕਰਕੇ ਜਲਦੀ ਕਰਵਾਇਆ। ਕੋਈ ਗੱਲ ਫਿਰ ਕੀ ਗੱਲ ਕਹਿੰਦੇ ਹੀ ਹੁੰਦੇ ਆ ਲੋਕ, ਇਲਜ਼ਾਮਤ ਲੱਗਦੇ ਹੀ ਹੁੰਦੇ ਆ, ਕੀ ਗੱਲ। ਆਪਦੇ ਹੱਕ ਦੇ ਵਿੱਚ ਕਹਿੰਦੇ ਬਿਆਨ ਦੇਣ ਲਈ ਵੀ ਉਹਦੇ ਪਿਤਾ ਨੂੰ ਤੁਸੀਂ ਮਜਬੂਰ ਕੀਤਾ ਔਰ ਉਸ ਬੇਬਸ ਫਿਰ ਕਹਾਂਗਾ ਸਿੱਧੂ ਮੂਸੇਵਾਲੇ ਦੇ ਪਿਤਾ ਹੀ ਇਹਦੇ ਤੇ ਆਪਦਾ ਸਪਸ਼ਟੀਕਰਨ ਦੇ ਸਕਦੇ ਆ, ਰਾਜਾ ਵੜਿੰਗ ਕਿਵੇਂ ਦੇ ਸਕਦੇ। ਔਰ ਜੇ ਮੈਂ ਲਏ ਵੀ ਹੋਣਗੇ ਤਾਂ ਮੈਂ ਤੁਹਾਨੂੰ ਕਿਉਂ ਦੱਸੂਗਾ ਵੀ ਲਏ? ਪਿਆਰੀ ਗੱਲ ਹੈ, ਸਿਆਣੇ ਹੁਣ ਐਵੇਂ ਕਿਹੜੀ ਗੱਲ ਮੀਡੀਆ ਦੀ ਕਹੋ? ਮੇਰੇ ਕਹਿਣ ਦਾ ਮਤਲਬ ਇਹਦੀ ਪੁਸ਼ਟੀ ਸਿੱਧੂ ਦੇ ਮਾਤਾ ਪਿਤਾ ਦੱਸ। ਹੁਣ ਮੈਂ ਕਹਿ ਦਿਆਂ ਕਿ ਖਬਰ ਚਲਾਉਣ ਦਾ ਨਿਊਜ਼ 18 5 ਕਰੋੜ ਰੁਪਇਆ ਲੈਂਦਾ, ਇਹ ਕੋਈ ਗੱਲ ਥੋੜੀ ਬਣਦੀ। ਕਮਲਜੀਤ ਬਰਾੜ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।